हाय एवरीवन वेलकम बैक टू माय चैनल। सो स्टूडेंट्स अज असी जिहड़ी पोइम करनी आ ओहदा नाम आ द रोड नॉट टेकन। ठीक है, तो ये पोइम किहदे द्वारा लिखी हुई आ? रॉबर्ट फ्रॉस्ट दे द्वारा। इस पोइम दे विच तुहानूं सारा कुछ मिलूगा, स्टैंजास मिलणगे, एक्सप्लेनेशन मिलूगी, सेंट्रल आइडिया मिलू, मतलब फुल पैकेज आ कि तुहानूं एक ही वीडियो दे विच सारियां चीज़ां मिल जाणगियां। ठीक है, तुसीं अच्छे तरीके नाल रीड कर सकते हो, अपने एग्जाम की तैयारी कर सकते हो। सो पहला तो वैलकम होना स्टूडेंट्स का, ਜਿਹੜੇ ਸਟੂਡੈਂਟਸ ਹੁਣ ਹੀ ਹਲੇ 12th ਕਲਾਸ ਦੇ ਵਿੱਚ ਹੋਏ ਆ। ਆਈ ਹੋਪ ਤੁਹਾਨੂੰ ਇਹ ਕਲਾਸ ਵਧੀਆ ਲੱਗੂਗੀ ਬਿਕਾਜ਼ ਮੇਰੇ ਅਕੋਰਡਿੰਗ ਇਸ ਕਲਾਸ ਦੀ ਇੰਗਲਿਸ਼ ਸਬਜੈਕਟ ਜਿਹੜਾ ਬਹੁਤ ਈਜ਼ੀ ਆ, ਬਹੁਤ ਸਿੰਪਲ ਐਂਡ ਬੜਾ ਹੀ ਮੀਨਸ ਇੰਟਰਸਟਿੰਗ ਆ। ਸਾਰੀਆਂ ਚੀਜ਼ਾਂ ਇਹਦੇ ਵਿੱਚ ਬੜੀਆਂ ਇੰਟਰਸਟਿੰਗਲੀ ਦਿੱਤੀਆਂ ਹੋਈਆਂ, ਸਿਲੈਕਟਿਵ ਜਿਹੀਆਂ ਆ। ਪਹਿਲਾਂ ਕਾਫੀ ਕੁਝ ਸੀਗਾ ਐਕਸਟਰਾ, ਬਟ ਉਹਨਾਂ ਨੇ ਹੌਲੀ ਹੌਲੀ ਉਹ ਘਟਾ ਦਿੱਤਾ ਸਿਲੇਬਸ, ਤੇ ਇਹ ਹੁਣ ਦਾ ਸਿਲੇਬਸ ਮੈਨੂੰ ਬਹੁਤ ਇੰਟਰਸਟਿੰਗ ਲੱਗਦਾ। ਸੋ ਬੈਸਟ ਆਫ ਲੱਕ ਟੂ ਐਵਰੀਵਨ। ਤੇ ਜੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਕਰ ਲਓ ਜਾ ਕੇ ਸਬਸਕ੍ਰਾਈਬ, ਤਾਂ ਕਿ ਤੁਸੀਂ ਹੋਰ ਵੀਡੀਓਜ਼ ਦੇਖ ਸਕਦੇ ਆ ਫਿਰ। ਠੀਕ ਹੈ, ਓਕੇ, ਆਪਾਂ ਪੋਇਮ ਨੂੰ ਸਟਾਰਟ ਕਰਦੇ ਹਾਂ। ਸੋ ਸਾਡਾ ਫਸਟ ਸਟੈਂਜਾ ਕੀ ਕਹਿੰਦਾ ਆ? ਫਸਟ ਪੈਸੇਜ ਦੇ ਵਿੱਚ ਜਿਹੜਾ ਪੋਇਟ ਆ ਉਹ ਸਾਨੂੰ ਕਹਿੰਦਾ ਟੂ ਰੋਡਸ ਡਾਇਵਰਜਡ ਇਨ ਅ ਯੈਲੋ ਵੁੱਡ। ਇੱਕ ਯੈਲੋ ਵੁੱਡ ਦੇ ਵਿੱਚ, ਯੈਲੋ ਵੁੱਡ ਲਾਈਕ ਇੱਕ ਜੰਗਲ ਜਿਹਾ ਕਹਿ ਲਓ। ਠੀਕ ਆ, ਇੱਕ ਜੰਗਲ ਦੇ ਵਿੱਚ ਕੀ ਆ, ਦੋ ਰਸਤੇ ਜਾਂਦੇ ਆ। ਡਾਇਵਰਜ ਅਲੱਗ ਹੋ ਜਾਂਦੇ ਆ, ਡਾਇਵਰਟਡ ਹੋ ਜਾਂਦੇ, ਸੈਪਰੇਟ ਹੋ ਜਾਂਦੇ ਆ। ਐਂਡ ਸੌਰੀ ਆਈ ਕੁਡ ਨਾਟ ਟਰੈਵਲ ਬੋਥ। ਕਹਿੰਦਾ ਮੈਂ ਦੋਨਾਂ ਨੂੰ ਟਰੈਵਲ ਨਹੀਂ ਕਰ ਸਕਦਾ। ਐਂਡ ਬੀ ਵਨ ਟਰੈਵਲਰ ਲੌਂਗ ਆਈ ਸਟੂਡ। ਕਹਿੰਦਾ ਕਿਉਂਕਿ ਮੈਂ ਇੱਕ ਟਰੈਵਲਰ ਆ ਤੇ ਮੈਂ ਦੋਨਾਂ ਦੇ ਵਿੱਚ ਟਰੈਵਲ ਨਹੀਂ ਕਰ ਸਕਦਾ, ਮੈਂ ਕਿਸੇ ਇੱਕ ਦੇ ਵਿੱਚ ਹੀ ਟਰੈਵਲ ਕਰ ਸਕਦਾ। ਐਂਡ ਲੁਕਡ ਡਾਊਨ ਐਜ਼ ਫਾਰ ਐਜ਼ ਆਈ ਕੁਡ। ਤੇ ਕਹਿੰਦਾ ਦੇਖਦੇ ਹਾਂ, ਐਂਡ ਲੁਕਡ ਡਾਊਨ, ਤੇ ਦੇਖਦੇ ਹਾਂ ਕਿ ਮੈਂ ਕਿਹੜਾ ਰੋਡ ਜਿਹੜਾ ਉਹ ਚੂਜ਼ ਕਰਦਾ ਹੈ। ਟੂ ਵੇਅਰ ਇਟ ਬੈਂਡ ਇਨ ਦ ਅੰਡਰਗਰਾਊਂਡ। ਕਹਿੰਦੇ ਦੇਖਦੇ ਹਾਂ, ਕਹਿੰਦੇ ਇਹ ਦੋਨੋਂ ਹੀ ਰਸਤੇ ਆਲਮੋਸਟ ਕਿੱਥੇ ਜਾਂਦੇ ਸੀਗੇ? ਇੱਕ ਅੰਡਰਗਰਾਊਂਡ ਜੇ ਲਾਈਕ ਇੱਕ ਅੰਡਰਗਰਾਊਂਡ ਬੁਸ਼ਿਸ ਦੇ ਵਿੱਚ ਹੋ ਕੇ ਜਾਂਦੇ ਸੀ। ਕਿ ਦੋਨੋਂ ਰਸਤੇ ਨੇ, ਇਹਨਾਂ ਦੋਨਾਂ ਦੇ ਵਿੱਚੋਂ ਇੱਕ ਰਸਤਾ ਜਿਹੜਾ ਪਹਿਲਾ ਰਸਤੇ ਦੀ ਗੱਲ ਉਹ ਬੇਸਿਕਲੀ ਕਰਦਾ ਕਿ ਪਹਿਲਾ ਰਸਤਾ, ਪਹਿਲਾਂ ਤਾਂ ਉਹ ਕਹਿੰਦਾ ਹੈ ਕਿ ਦੇਖਦੇ ਹਾਂ ਕਿ ਮੈਂ ਕਿਹੜਾ ਰਸਤਾ ਚੂਜ਼ ਕਰਦਾ ਆ। ਠੀਕ ਆ, ਫਿਰ ਉਹ ਕਹਿੰਦਾ ਕਿ ਇੱਕ ਰਸਤਾ ਦਾ ਜਿਹੜਾ ਉਹ ਕੀ ਆ, ਬੁਸ਼ਿਸ ਵੱਲ ਨੂੰ ਹੁੰਦਾ ਹੋਇਆ ਜਾਂਦਾ, ਕਿ ਇੱਕ ਝਾੜੀਆਂ ਜਿਹੀਆਂ ਵੱਲ ਨੂੰ ਹੁੰਦਾ ਹੋਇਆ ਜਾਂਦਾ ਆ। ਤੇ ਉਸ ਤੋਂ ਬਾਅਦ ਸਾਨੂੰ ਸੈਕਿੰਡ ਜਿਹੜਾ ਪੈਰਾ ਆ ਉਹਦੇ ਵਿੱਚ ਇਹ ਕਹਿੰਦੇ ਆ ਦੈਨ ਟੁਕ ਦਾ ਅਦਰ ਐਜ਼ ਜਸਟ ਐਜ਼ ਫੇਅਰ। ਕਹਿੰਦੇ ਤੇ ਦੂਸਰਾ ਜਿਹੜਾ ਰਸਤਾ ਆ ਉਹ ਵੀ ਬੜਾ ਵਧੀਆ ਆ। ਉਹ ਇੱਦਾਂ ਆ ਕਿ ਉਹ ਐਜ਼ ਫੇਅਰ ਮਤਲਬ ਕਲੀਅਰ ਆ, ਉਹ ਕਲੀਨ ਲੱਗਦਾ, ਸਾਫ ਸੁਥਰਾ ਲੱਗਦਾ। ਪਹਿਲਾਂ ਵੀ ਸਾਫ ਸੁਥਰਾ ਸੀ ਬਟ ਦੂਸਰਾ ਵੀ ਸਾਫ ਆ। ਐਂਡ ਹੈਵਿੰਗ ਪਰਹੈਪਸ ਦਾ ਬੈਟਰ ਕਲੀਨ, ਤੇ ਪਹਿਲੇ ਨਾਲੋਂ ਜ਼ਿਆਦਾ ਵਧੀਆ ਲੱਗ ਰਿਹਾ ਹੈ। ਬਿਕਾਜ਼ ਇਟ ਵਾਜ਼ ਗ੍ਰਾਸੀ ਐਂਡ ਵਾਂਟਡ ਵੀਅਰ। ਕਹਿੰਦੇ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਘਾਹ ਉੱਗਿਆ ਹੋਇਆ ਸੀ ਤੇ ਇਹ ਅਟਰੈਕਟ ਕਰਦਾ ਸੀਗਾ ਘਾਹ ਜਿਹੜਾ ਆ ਕਿ ਉਹਦੇ ਤੇ ਕੋਈ ਚੱਲੇ, ਉਸ ਰੋਡ ਦੇ ਉੱਤੇ ਕੋਈ ਚੱਲੇ, ਉਸ ਘਾਹ ਦੇ ਉੱਤੇ ਕੋਈ ਪੈਰ ਰੱਖ ਕੇ ਅੱਗੇ ਜਾਵੇ। ਕੋਈ ਵਾਂਟਡ ਵੀਅਰ ਮੀਨਸ ਕਿ ਉਹਨੂੰ ਅਟਰੈਕਟ ਕਰ ਰਿਹਾ ਕਿਸੇ ਪਰਸਨ ਨੂੰ ਕਿ ਹਾਂ ਮੈਂ ਹਰਿਆ ਭਰਿਆ ਤੇ ਇਸ ਰੋਡ ਦੇ ਉੱਤੋਂ ਦੀ ਲੰਘ ਕੇ ਜਾਓ। ਠੀਕ ਹੈ, though as far that the passing there had warned them really about the same। ਕਹਿੰਦਾ ਭਾਵੇਂ ਇਹ ਰੋਡ ਵੀ ਪਹਿਲੇ ਹੀ ਰੋਡ ਦੀ ਤਰ੍ਹਾਂ ਜ਼ਿਆਦਾਤਰ ਲੱਗਦਾ ਪਿਆ ਹੈ, ਕੋਈ ਖਾਸ ਫਰਕ ਨਹੀਂ ਲੱਗਦਾ, ਪਰ ਹਾਂ ਇਹ ਰੋਡ ਜਿਹੜਾ ਆ ਪਹਿਲੇ ਰੋਡ ਨਾਲੋਂ ਬੈਟਰ ਲੱਗਦਾ। ਕਿਉਂ? ਕਿਉਂਕਿ ਇੱਥੇ ਘੱਟ ਚੱਲਿਆ ਫਿਰਿਆ ਹੋਇਆ ਆ, ਕਿ ਇਹ ਰੋਡ ਸਾਫ਼ ਆ, ਇਹਦੇ ਤੇ ਘੱਟ ਲੋਕੀ ਤੁਰੇ ਹੋਏ ਆ। ਇਸ ਕਰਕੇ ਪੋਇਟ ਨੂੰ ਸੈਕਿੰਡ ਵਾਲਾ ਰੋਡ ਪਸੰਦ ਆਉਂਦਾ। ਜਿੱਦਾਂ ਕਿ ਉਹਨਾਂ ਨੇ ਸਾਨੂੰ ਪਹਿਲੇ ਪੈਰੇ ਦੇ ਵਿੱਚ ਦੱਸਿਆ ਕਿ ਦੋ ਰੋਡ ਆ, ਫਿਰ ਉਹ ਕਹਿੰਦਾ ਦੇਖਦੇ ਆ ਕਿ ਮੈਂ ਕਿਹੜਾ ਰੋਡ ਤੁਰਦਾ ਆ, ਕਿਹੜੇ ਰੋਡ ਤੇ ਤੁਰਦਾ ਆ। ਫਿਰ ਉਹ ਕਹਿੰਦੇ ਆ ਕਿ ਪਹਿਲਾ ਰੋਡ ਜਿਹੜਾ ਆ ਉਹ ਸਾਫ ਸੁਥਰਾ ਆ, ਪਰ ਦੂਜਾ ਜਿਹੜਾ ਰੋਡ ਆ ਉਹਦੇ ਤੇ ਘੱਟ ਲੋਕੀ ਤੁਰੇ ਹੋਏ, ਜ਼ਿਆਦਾ ਗ੍ਰਾਸੀ ਆ, ਜ਼ਿਆਦਾ ਘਾਹ ਲੱਗਾ। ਬੇਸਿਕਲੀ ਇੱਦਾਂ ਹੁੰਦਾ ਜਦੋਂ ਅਸੀਂ ਕਿਸੇ ਥਾਂ ਦੇ ਉੱਤੇ ਤੁਰਦੇ ਆ ਨਾ, ਕਿਸੇ ਘਾਹ ਦੇ ਥਾਂ ਦੇ ਉੱਤੇ ਤੁਰਦੇ ਤਾਂ ਘਾਹ ਮਰ ਜਾਂਦਾ ਆ। ਠੀਕ ਆ, ਘਾਹ ਹੌਲੀ ਹੌਲੀ ਗ੍ਰੀਨ ਤੋਂ ਬਰਾਊਨ ਕਾਲਾ ਕਾਲਾ ਪੈ ਜਾਂਦਾ ਆ। ਠੀਕ ਹੈ, ਪਰ ਜਿਹੜਾ ਦੂਸਰਾ ਰਸਤਾ ਸੀ ਉਹ ਸਾਫ਼ ਸੀ, ਉਹ ਫਰੈਸ਼ ਲੱਗਦਾ ਸੀ। ਇਸ ਲਈ ਪੋਇਟ ਦੂਜੇ ਰਸਤੇ ਨੂੰ ਚੂਜ਼ ਕਰਨ ਦੀ ਕੋਸ਼ਿਸ਼ ਕਰਦਾ। ਐਂਡ ਬੋਥ that morning equally lay in leaves no step had trodden black। ਕਹਿੰਦੇ ਜਿਹੜਾ ਦੂਜੇ ਵਾਲਾ ਰਸਤਾ ਆ ਉਹਦੇ ਵਿੱਚ ਕਹਿੰਦੇ ਉਹਨਾਂ ਦੋਨਾਂ, ਉਸ ਸਵੇਰ ਦੇ ਵਿੱਚ ਦੋਨੋਂ ਰਸਤੇ ਆਲਮੋਸਟ ਇੱਕੋ ਜਿਹੇ ਲੱਗਦੇ ਸੀਗੇ ਤੇ ਮਤਲਬ ਉਹਦੇ ਵਿੱਚ ਕੋਈ ਇੱਦਾਂ ਲੱਗਦਾ ਸੀ ਕਿ ਕੋਈ ਖਾਸ ਬੰਦੇ ਨਹੀਂ ਤੁਰੇ ਹੋਏ।
ਉਹ ਆਈ ਕੈਪ ਦ ਫਰਸਟ ਫॉर ਅਨਦਰ ਡੇ। ਕਹਿੰਦਾ ਉਹ ਸੋਚਦਾ ਆ ਕਿ ਪਹਿਲਾ ਜਿਹੜਾ ਰਸਤਾ ਆ ਇਹਦੇ ਤੇ ਮੈਂ ਫਿਰ ਕਿਸੇ ਦਿਨ ਜਾਊਂਗਾ। ਯੈਟ ਨੋਇੰਗ ਹਾਊ ਵੇ ਲੀਡਸ ਔਨ ਟੂ ਵੇ ਆਈ ਡਾਊਟਡ ਇਫ ਆਈ ਸ਼ੁੱਡ ਐਵਰ ਕਮ ਬੈਕ। ਕਹਿੰਦੇ ਉਹ ਸੋਚਦਾ ਹੈ ਕਿ ਮੈਂ ਪਹਿਲੇ ਰਸਤੇ ਤੇ ਫਿਰ ਕਦੇ ਜਾਵਾਂਗਾ, ਠੀਕ ਹੈ, ਕਿਉਂਕਿ ਉਹਨੂੰ ਦੂਸਰਾ ਰਸਤਾ ਚੰਗਾ ਲੱਗਦਾ ਬਿਕਾਜ਼ ਉਹ ਟਰੋਡਨ ਬਲੈਕ, ਉਹਦੇ ਤੇ ਕੋਈ ਵੀ ਸਟੈਪ ਜਿਹੜਾ ਇਨਸਾਨ ਦਾ ਘੱਟ ਤੁਰਿਆ ਹੋਇਆ ਉਹਨੂੰ ਨਜ਼ਰ ਆਉਂਦਾ ਸੀ। ਉਹਨੂੰ ਲੱਗਦਾ ਫਰੈਸ਼ ਰੋਡ ਆ, ਜੇ ਮੈਂ ਇੱਥੇ ਤੁਰੂੰਗਾ ਮੈਂ ਜ਼ਿਆਦਾ ਚੀਜ਼ਾਂ ਨੂੰ ਐਕਸਪਲੋਰ ਕਰੂੰਗਾ। ਇਸ ਲਈ ਉਹ ਸੋਚਦਾ ਕਿ ਪਹਿਲੇ ਰਸਤੇ ਤੇ ਉਹ ਫਿਰ ਕਦੇ ਜਾਊਗਾ ਤੇ ਉਹ ਦੂਜਾ ਫੋਲੋ ਕਰੂਗਾ। ਪਰ ਫਿਰ ਉਹ ਆਪਣੇ ਮਨ ਦੇ ਵਿੱਚ ਇਹ ਸੋਚ ਲੈ ਕੇ ਆਉਂਦਾ ਹੈ ਕਿ ਮੈਨੂੰ ਇੱਕ ਡਾਊਟ ਆ ਕਿ ਮੈਂ ਇਸ ਡਾਇਵਰਟਡ ਰੋਡ ਦੇ ਉੱਤੇ ਕਦੇ ਦੁਬਾਰਾ ਆਊਂਗਾ ਵੀ, ਠੀਕ ਹੈ। ਬੇਸਿਕਲੀ ਸਾਰੀਆਂ ਗੱਲਾਂ ਕਿਹਦੇ ਬਾਰੇ ਕਹੀਆਂ ਹੋਈਆਂ, ਇੱਕ ਪੋਇਟ ਦੇ ਬਾਰੇ। ਇੱਕ ਪੋਇਟ, ਇੱਕ ਰਾਈਟਰ ਦਾ ਦਿਮਾਗ ਥੋੜ੍ਹਾ ਜਿਹਾ ਟੈਕਨੀਕਲੀ ਹੁੰਦਾ, ਆਲਵੇਜ਼ ਚੱਲਦਾ ਹੀ ਰਹਿੰਦਾ ਆ, ਘੱਟ ਹੀ ਉਹ ਟਿਕਦਾ। ਇਸ ਕਰਕੇ ਉਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਵੀ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਲੱਭ ਲੈਂਦਾ। ਜਿੱਦਾਂ ਕਿ ਹੈ ਤਾਂ ਦੋ ਰਸਤੇ ਆ, ਠੀਕ, ਪਰ ਉਹ ਫਿਰ ਵੀ ਸੋਚਾਂ 'ਚ ਪੈ ਜਾਂਦਾ ਕਿ ਇਹ ਕਿਹੜੇ ਰਸਤੇ ਨੂੰ ਫੋਲੋ ਕਰੂਗਾ। ਫੋਰਥ ਪੈਰਾ ਕੀ ਕਹਿੰਦਾ ਆ, ਆਈ ਸ਼ੈਲ ਬੀ ਟੈਲਿੰਗ ਦਿਸ ਵਿਦ ਆ ਸਾਈ ਸਮਵੇਅਰ। ਵਿਦ ਅ ਸਾਈ ਦਾ ਮਤਲਬ ਇੱਕ ਰੀਗਰੈਟ ਜਿਹਾ ਉਹਨੂੰ ਆਪਣੇ ਮਨ ਦੇ ਵਿੱਚ ਆਉਣਾ। ਕਹਿੰਦਾ ਮੈਂ ਇੱਕ ਰੀਗਰੈਟ ਜਿਹਾ ਮਨ ਦੇ ਵਿੱਚ ਲੈ ਕੇ ਕਹਿੰਦਾ ਆ ਕਿ ਸਮਵੇਅਰ ਏਜਿਸ ਐਂਡ ਏਜਿਸ ਹੈਂਸ ਟੂ ਰੋਡਸ ਡਾਇਵਰਜਡ ਇਨ ਅ ਵੁੱਡ ਐਂਡ ਆਈ ਟੁਕ ਦ ਵਨ ਲੈਸ ਟਰੈਵਲਡ ਬਾਏ। ਕਹਿੰਦਾ ਮੈਂ ਇੱਕ ਸਾਈਟ ਮੀਨਸ ਮੈਂ ਇੱਕ ਰਿਗਰੈਸ਼ਨ ਦੇ ਨਾਲ ਇਹ ਗੱਲ ਸੋਚਦਾ ਕਿ ਮੈਂ ਕਦੇ ਇਨ ਫਿਊਚਰ ਦੇ ਵਿੱਚ ਸੋਚੂੰਗਾ, ਲਿਖਿਆ ਨਹੀਂ ਸਮਵੇਅਰ, ਕਿ ਕਦੇ ਨਾ ਕਦੇ ਮੈਂ ਕਿਸੇ ਨੂੰ ਦੱਸੂੰਗਾ ਕਿਸੇ ਟਾਈਮ ਦੇ ਵਿੱਚ, ਏਜਿਸ ਐਂਡ ਏਜਿਸ, ਕਿ ਮੈਂ ਕਿਸੇ ਸਮੇਂ 'ਚ ਦੱਸੂੰਗਾ ਕਿ ਮੇਰੇ ਨਾਲ ਇੱਦਾਂ ਹੋਇਆ ਸੀ ਕਿ ਮੈਂ ਇੱਕ ਡਾਇਵਰਜਡ ਰੋਡ ਦੇ ਉੱਤੇ, ਜਿਹੜਾ ਕਿ ਇੱਕ ਜੰਗਲ ਦੇ ਵਿੱਚ ਦੀ ਹੋ ਕੇ ਜਾ ਰਿਹਾ ਸੀ, ਉੱਥੇ ਮੈਂ ਖੜਾ ਹੋ ਜਾਂਦਾ ਹਾਂ ਅਤੇ ਮੈਂ ਸੋਚਦਾ ਹਾਂ ਕਿ ਮੈਂ ਕਿਹੜਾ ਰੋਡ ਟਰੈਵਲ ਕਰਾਂ। ਕਹਿੰਦਾ ਪਰ ਮੈਂ ਕੀ ਚੂਜ਼ ਕੀਤਾ, ਮਤਲਬ ਉਹ ਦੱਸਦਾ ਕਿ ਮੈਂ ਫਿਊਚਰ ਦੇ ਵਿੱਚ ਕਿਸੇ ਨੂੰ ਦੱਸੂੰਗਾ, ਠੀਕ ਹੈ। ਇਸ ਪੈਰੇ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਪੋਇਟ ਕਹਿੰਦਾ ਹੈ ਕਿ ਮੈਂ ਫਿਊਚਰ ਦੇ ਵਿੱਚ ਕਿਸੇ ਨੂੰ ਦੱਸੂੰਗਾ ਕਿ ਮੈਂ ਦੋ ਰਸਤਿਆਂ ਦੇ ਵਿਚਕਾਰ ਖੜਾ ਸੀ ਅਤੇ ਮੈਨੂੰ ਨਹੀਂ ਸੀ ਪਤਾ ਲੱਗਦਾ ਕਿ ਮੈਂ ਕਿਹੜੇ ਰਸਤੇ 'ਚ ਜਾਵਾਂ। ਕਹਿੰਦੇ ਪਰ ਮੈਂ ਕਿਹੜਾ ਚੂਜ਼ ਕੀਤਾ, ਲੈਸ ਟਰੈਵਲਡ ਬਾਏ, ਜਿਹਦੇ ਉੱਤੇ ਪਹਿਲਾਂ ਲੋਕੀ ਬਹੁਤ ਘੱਟ ਤੁਰੇ ਹੋਏ ਸੀ। ਐਂਡ ਦੈਟ ਹੈਡ ਮੇਡ ਆਲ ਦਾ ਡਿਫਰੈਂਸ। ਅਤੇ ਇਹੀ ਗੱਲ ਜਿਹੜੀ ਆ ਸਾਰੀਆਂ ਚੀਜ਼ਾਂ ਤੋਂ ਅਲੱਗ ਕਰਦੀ ਆ ਉਹਨੂੰ, ਕਿ ਉਹਨੇ ਕਿਹੜੇ ਰੋਡ ਨੂੰ ਚੂਜ਼ ਕਰਨਾ। ਉਹਨੇ ਚੂਜ਼ ਕਰਨਾ ਉਸ ਰੋਡ ਨੂੰ ਜਿਹੜੇ ਰੋਡ ਦੇ ਉੱਤੇ ਕੋਈ ਹੋਰ ਘੱਟ ਤੁਰਿਆ। ਬੇਸਿਕਲੀ ਆਹ ਪੋਇਮ ਕੰਪਲੀਟ ਹੋ ਚੁੱਕੀ ਆ। ਮੇਰੇ ਅਕੋਰਡਿੰਗ ਇਸ ਪੋਇਮ ਦਾ ਹਿਡਨ ਮੀਨਿੰਗ ਮੈਨੂੰ ਤਾਂ ਇਹ ਲੱਗਦਾ ਆ ਕਿ ਪੋਇਮ ਇੱਥੇ ਸਾਨੂੰ ਇਹ ਇੰਡੀਕੇਸ਼ਨ ਦੇ ਰਿਹਾ, ਇਹ ਸਾਨੂੰ ਪੋਇਟ ਸਾਨੂੰ ਇਹ ਇੰਡੀਕੇਸ਼ਨ ਦੇ ਰਿਹਾ, ਇਹ ਸਮਝਾ ਰਿਹਾ ਕਿ ਲੋਕੀ ਅੱਜ ਕੱਲ੍ਹ ਬਹੁਤ ਹੋਰ ਰਸਤਿਆਂ ਦੇ ਉੱਤੇ ਤੁਰ ਰਹੇ ਆ, ਸਾਰੇ ਇੱਕ ਹੀ ਲਾਈਨ ਦੇ ਵਿੱਚ ਜਾ ਰਹੇ ਆ, ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਇਹ ਲਾਈਨ ਸਹੀ ਹੈ ਜਾਂ ਗਲਤ ਆ। ਸਾਰੇ ਇੱਕ ਚੀਜ਼ ਨੂੰ ਹੀ ਫੋਲੋ ਕਰ ਰਹੇ ਆ, ਅਸੀਂ ਚਾਹੇ ਉਹ ਗਲਤ ਆ ਚਾਹੇ ਸਹੀ ਉਹਨੂੰ ਫੋਲੋ ਕਰ ਰਹੇ, ਬਟ ਕੋਈ ਵੀ ਇਸ ਚੀਜ਼ ਨੂੰ ਨਹੀਂ ਸੋਚਦਾ ਕਿ ਕੋਈ ਚੰਗੀ ਚੀਜ਼ ਨੂੰ ਆਪਟ ਕੀਤਾ ਜਾਵੇ, ਕੋਈ ਗੁੱਡ ਹੈਬਿਟਸ ਨੂੰ ਅਡੈਪਟ ਕੀਤਾ ਜਾਵੇ, ਉਹਨਾਂ ਦੇ ਥਰੂ ਕੋਈ ਕੰਮ ਕੀਤਾ ਜਾਵੇ ਅਤੇ ਥੋੜ੍ਹਾ ਦੁਨੀਆ ਨਾਲੋਂ ਡਿਫਰੈਂਟ ਰਹਿ ਕੇ ਕੁਛ ਕੰਮ ਕੀਤਾ ਜਾਵੇ, ਜਿੱਥੇ ਕਿ ਜਿੱਥੇ ਨੋਰਮਲ ਲੋਕਾਂ ਦੀ ਪਛਾਣ, ਨੋਰਮਲ ਲੋਕਾਂ ਦੀ ਸੋਚ ਨਹੀਂ ਪਹੁੰਚ ਪਾਉਂਦੀ, ਕੁਛ ਉੱਦਾਂ ਦਾ ਕੰਮ ਕੀਤਾ ਜਾਵੇ, ਠੀਕ ਹੈ। ਸੋ ਹੁਣ ਆਪਾਂ ਦੇਖਦੇ ਹਾਂ ਸਟੈਂਚਾਸ ਹੁੰਦੇ ਆ ਕਿ ਇੱਕ ਸਾਨੂੰ ਲਾਈਨਸ ਦਿੱਤੀਆਂ ਹੁੰਦੀਆਂ, ਇੱਕ ਪੈਰਾ ਦਿੱਤਾ ਹੁੰਦਾ ਅਤੇ ਉਹਦੇ ਨੀਚੇ ਕੁਐਸਚਨਸ ਦਿੱਤੇ ਹੁੰਦੇ, ਅਸੀਂ ਉਹਨਾਂ ਨੂੰ ਫੋਲੋ ਕਰਨਾ ਹੁੰਦਾ, ਆਨਸਰਸ ਫਾਈਂਡ ਕਰਨੇ ਹੁੰਦੇ ਆ। ਫਸਟ ਸਟੈਂਜਾ ਸਾਡਾ ਹੈਗਾ ਟੂ ਰੋਡਸ ਡਾਇਵਰਜਡ ਇਨ ਯੈਲੋ ਵੁੱਡ ਤੋਂ ਲੈ ਕੇ ਅੰਡਰ ਗਰੋਥ ਤੱਕ। ਅਤੇ ਇਹਦਾ ਫਸਟ ਕੁਐਸਚਨ ਕੀ ਆ, ਨੇਮ ਦਾ ਪੋਇਟ ਐਂਡ ਦਾ ਪੋਇਮ। ਨੇਮ ਦਾ ਪੋਇਟ ਐਂਡ ਦਾ ਪੋਇਮ ਕੁਐਸਚਨ ਹਰੇਕ ਸਟੈਂਜਾ ਜਦੋਂ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਤਾਂ ਉਹਦੇ ਵਿੱਚ ਜ਼ਰੂਰ ਫਸਟ ਕੁਐਸਚਨ ਹੋਣਾ ਹੀ ਆ। ਇਸ ਲਈ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਇੱਕ ਡਾਇਲੋਗ ਤਾਂ ਕਹਿ ਲਓ ਕਿ ਤੁਹਾਨੂੰ ਸੁਣਨ ਨੂੰ ਮਿਲ ਹੀ ਜਾਣਾ ਕਿ ਸਟੂਡੈਂਟਸ ਪਲੀਜ਼ ਆਪਣੇ ਪੋਇਮ ਦਾ ਅਤੇ ਪੋਇਟ ਦਾ ਨੇਮ ਯਾਦ ਕਰਕੇ ਜਾਈਓ, ਸਪੈਲਿੰਗਸ ਯਾਦ ਕਰਕੇ ਜਾਈਓ, ਅਤੇ ਕਿਹੜੇ ਵੇ ਨਾਲ ਲਿਖਣਾ ਉਹ ਮੈਂ ਸਾਰੀਆਂ ਪੋਇਮਸ ਦੇ ਵਿੱਚ ਦੱਸਿਆ ਹੋਇਆ। ਇਸ ਲਈ ਉਹਨਾਂ ਪੋਇਮਸ ਨੂੰ ਜਾ ਕੇ ਓਪਨ ਕਰੋ, ਜਲਦੀ ਦੇਖੋ, ਪਲੇਲਿਸਟ ਦੇ ਵਿੱਚ ਸਾਰੀਆਂ ਪੋਇਮਸ ਮਿਲ ਜਾਣੀਆਂ ਤੁਹਾਨੂੰ, ਓਕੇ। ਉਹਨਾਂ ਨੂੰ ਓਪਨ ਕਰੋ, ਰੀਡ ਕਰੋ, ਤੁਹਾਡੇ ਹੀ ਸਿਲੇਬਸ ਦੀਆਂ ਬੈਨੀਫਿਸ਼ੀਅਲ ਆ ਤੁਹਾਡੇ ਲਈ, ਓਕੇ। ਸੋ ਆਨਸਰ ਇਹਦਾ ਕੀ ਆ, ਆਨਸਰ ਵੈਰੀ ਸਿੰਪਲ ਆ। ਆਨਸਰ ਹੈਗਾ The name of the poet is Robert Frost and the name of the poem is The Road Not Taken. ਇਹ ਕਿਹੜੇ ਵੇ ਨਾਲ ਲਿਖਣੇ ਆ ਮੈਂ ਹਰੇਕ ਪੋਇਮ ਦੇ ਵਿੱਚ ਦੱਸਦੀ ਹਾਂ।
ਜੇ ਤਾਂ ਤੁਹਾਨੂੰ ਯਾਦ ਆ ਕਿ ਮੈਂ ਕਿਹੜੇ ਵੇ ਨਾਲ ਲਿਖਣ ਨੂੰ ਕਹਿੰਦੀ ਹਾਂ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜ਼ਰੂਰ ਟਾਈਪ ਕਰੋ ਕਿ ਮੈਂ ਕਿਹੜੇ ਵੇ ਨਾਲ ਲਿਖਣ ਨੂੰ ਕਹਿੰਦੀ। ਜੇ ਨਹੀਂ ਯਾਦ ਆ ਤਾਂ ਹੋਰ ਮੇਰੀ ਵੀਡੀਓ ਓਪਨ ਕਰੋ, ਉਹਦੇ ਵਿੱਚ ਪੋਇਮ ਲੱਭੋ ਕਿ ਕਿਹੜੀ ਪੋਇਮ ਵਾਲੀ ਵੀਡੀਓ ਆ। ਉਸ ਪੋਇਮ ਵਾਲੀ ਵੀਡੀਓ ਦੇ ਵਿੱਚ ਵੇ ਦੇਖੋ ਕਿ ਮੈਂ ਸਟੈਂਜਾ ਦਾ ਫਸਟ ਜਿਹੜਾ ਪੋਇਮ ਤੇ ਪੋਇਟ ਦਾ ਨੇਮ ਆ ਉਹਨੂੰ ਕਿੱਦਾਂ ਫੋਲੋ ਕਰਨ ਨੂੰ ਕਿਹਾ। ਓਕੇ, ਚਲੋ ਠੀਕ ਹੈ ਜੀ। ਸੈਕਿੰਡ ਕੁਐਸਚਨ, ਵਟ ਡਿਡ ਦਾ ਪੋਇਟ ਸੀ ਇਨ ਫਰੰਟ ਆਫ ਹਿਮ। ਆਪਣੇ ਸਾਹਮਣੇ ਪੋਇਟ ਜਿਹੜਾ ਕੀ ਦੇਖਦਾ ਹੈ, ਆਪਣੇ ਸਾਹਮਣੇ ਕੀ ਦੇਖਦਾ ਕਿ ਡਾਇਵਰਸਡ ਰੋਡ ਆ। ਠੀਕ ਹੈ, ਸੋ ਅਸੀਂ ਆਂਸਰ ਕੀ ਲਿਖਣਾ, ਹੀ ਸੌ ਦੈਟ two roads diverged in front of him. What is the poet sorry about? Poet ਕਿਸ ਗੱਲ ਨੂੰ ਲੈ ਕੇ ਮਾਫੀ ਮੰਗਦਾ ਆ? Poet ਇਸ ਗੱਲ ਨੂੰ ਲੈ ਕੇ ਮਾਫੀ ਮੰਗਦਾ ਕਿ ਉਹ ਦੋਨੋਂ ਰੋਡਸ ਦੇ ਉੱਤੇ ਸੇਮ ਨਹੀਂ ਇੱਕ ਟਾਈਮ ਤੇ ਚੱਲ ਸਕਦਾ। ਠੀਕ ਹੈ, ਸੋ ਅਸੀਂ ਆਨਸਰ 'ਚ ਕੀ ਲਿਖਾਂਗੇ, ਹੀ is sorry about that he could not travel on both the roads. D question, what is the symbolic meaning of the two different paths in the woods? ਕਹਿੰਦੇ ਦੋ ਸਿੰਬੋਲਿਕ ਮੀਨਿੰਗ ਕਿਹੜੇ ਆ ਕਿ ਅਲੱਗ-ਅਲੱਗ ਪਾਥਸ ਦੇ ਯਾਨੀ ਕਿ ਦੋ ਰੋਡਸ ਜਿਹੜੇ ਬਣਾਏ ਹੋਏ ਆ ਉਹਨਾਂ ਦਾ ਸਿੰਬੋਲਿਕ ਮੀਨਿੰਗ ਕੀ ਆ। ਦੇਖੋ, ਇੱਕ ਨੂੰ ਉਹ ਕਹਿੰਦਾ ਵੀ ਉੱਥੇ ਰੋਜ਼ ਯਾਤਰੀ ਨੋਰਮਲੀ ਤੁਰਦੇ ਆ, ਦੂਜਾ ਕਹਿੰਦਾ ਕਿ ਗ੍ਰਾਸ ਆ ਉਹਦੇ ਤੇ ਜ਼ਿਆਦਾ। ਠੀਕ ਹੈ, ਤੇ ਉਹਦੇ ਤੇ ਲੋਕ ਘੱਟ ਤੁਰਦੇ ਆ, ਤਾਂ ਫਿਰ ਇਹ ਕਿਹੜਾ ਸਿੰਬੋਲਿਕ ਹੋਇਆ, ਇਹ ਹੋਇਆ ਆਰਡੀਨਰੀ। ਕਿਉਂ ਆਰਡੀਨਰੀ ਹੋਇਆ, ਕਿਉਂਕਿ ਆਮ ਲੋਕ, ਆਰਡੀਨਰ ਕੀ ਹੁੰਦੇ ਆ, ਆਮ। ਠੀਕ ਹੈ, ਆਰਡੀਨਰੀ ਆਮ, ਆਰਡੀਨਰੀ ਪੀਪਲ ਆਮ ਲੋਕਾਂ ਦੇ ਚੱਲਣ ਵਾਲਾ। ਤੇ ਕਹਿੰਦੇ ਇੱਥੇ ਆਰਡੀਨਰੀ ਪੀਪਲ ਚੱਲਦੇ ਆ, ਤੇ ਦੂਸਰਾ ਕੀ ਆ, ਐਕਸਟਰਾ ਆਰਡੀਨਰੀ ਪੀਪਲ ਦੇ ਲਈ ਆ ਕਿ ਜਿਹੜੇ ਕਦੇ ਕਦੇ ਚੱਲਦੇ ਇੱਥੇ। ਠੀਕ ਹੈ, ਮੀਨਸ ਕਿ ਸਪੈਸ਼ਲ ਆ ਇਹ ਕਿ ਇੱਥੇ ਲੋਕ ਘੱਟ ਟਰੈਵਲ ਹੋਏ ਆ। ਇਹ ਵਾਲਾ ਜਿਹੜਾ ਰੋਡ ਆ ਇੱਥੇ ਕੀ ਆ, ਲੋਕੀ ਘੱਟ ਟਰੈਵਲ ਹੋਏ ਆ। ਸੋ ਇਸ ਚੀਜ਼ਾਂ ਨੂੰ ਉਹ ਸਿੰਬਲਾਈਜ਼ ਕਰਦਾ ਦੋ ਚੀਜ਼ਾਂ ਦੇ ਵਿੱਚ। ਅਸੀਂ ਆਨਸਰ ਕਿੱਦਾਂ ਲਿਖਾਂਗੇ, the one path is for ordinary, ordinary ਦੇ spelling ORDINARY, ordinary people. The other less traveled path is for extraordinary people. ਠੀਕ ਹੈ, ਸਮਝ ਆ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਦੋ ਰੋਡਸ ਦੇ ਡਾਇਵਰਜਨ ਨੂੰ ਦੋ ਅਲੱਗ-ਅਲੱਗ ਪੀਪਲਸ ਦੇ ਲਈ ਕਹਿ ਦਿੱਤਾ ਆ। ਇਸੇ ਹੀ ਤਰ੍ਹਾਂ ਸੈਕਿੰਡ ਸਟੈਂਜਾ ਸਾਨੂੰ ਹੁਣ ਕੀ ਦੱਸੇਗਾ, ਯੈਸ, ਸੈਕਿੰਡ ਸਟੈਂਜਾ ਸਾਨੂੰ ਦੱਸ ਰਿਹਾ, ਅਗੇਨ ਫਸਟ ਕੁਐਸਚਨ, ਨੇਮ ਦਾ ਪੋਇਮ, ਪੋਇਟ ਐਂਡ ਦਾ ਪੋਇਮ। ਅਸੀਂ ਉੱਦਾਂ ਹੀ ਲਿਖ ਦੇਣਾ, ਪੋਇਮ ਦਾ ਨੇਮ ਤੇ ਪੋਇਟ ਦਾ ਨੇਮ, ਜਿੱਦਾਂ ਅਸੀਂ ਲਾਈਨ ਬਣਾ ਕੇ ਲਿਖਦੇ ਹਾਂ। Where was the poet when he took the other road? ਕਹਿੰਦੇ ਉਦੋਂ ਪੋਇਟ ਕਿੱਥੇ ਸੀ ਜਦੋਂ ਉਹਨੇ ਦੂਜਾ ਰੋਡ ਜਿਹੜਾ ਆ ਉਹ ਲਿਆ। ਉਦੋਂ ਬੇਸਿਕਲੀ ਜਦੋਂ ਦੂਸਰਾ ਰੋਡ ਚੂਜ਼ ਕਰਦਾ ਆ ਤਾਂ ਪੋਇਟ ਕਿੱਥੇ ਖੜਾ ਹੁੰਦਾ, ਪੋਇਟ ਹੁੰਦਾ ਆ ਜਿਹੜਾ ਡਾਇਵਰਜਡ, ਮੀਨਸ ਕਿ ਆਹ ਅਗਰ ਰੋਡ ਜਾ ਰਿਹਾ, ਇੱਕ ਰੋਡ ਸਪੋਜ਼ ਕਰੋ ਇੱਧਰ ਨੂੰ ਜਾ ਰਿਹਾ, ਇੱਕ ਇੱਧਰ ਨੂੰ ਜਾ ਰਿਹਾ, ਤਾਂ ਉਹ ਕਿੱਥੇ ਆ, ਇਹਨਾਂ ਦੇ ਸੈਂਟਰ ਦੇ ਵਿੱਚ। ਠੀਕ ਹੈ, ਉਹ ਡਾਇਵਰਜਨ ਤੇ ਖੜਾ ਆ। ਇਸ ਕਰਕੇ ਇਹਦਾ ਆਨਸਰ ਅਸੀਂ ਕੀ ਲਿਖਣਾ, ਡਾਇਵਰਜਨ ਜਾਂ ਜੰਕਸ਼ਨ ਵੀ ਕਹਿ ਸਕਦੇ ਹਾਂ, ਕਿਉਂਕਿ ਦੋ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜੀਆਂ ਜਾ ਰਹੀਆਂ ਰੋਡਸ ਆ ਉਹਦਾ ਜੁਆਇੰਟ ਜਿਹੜਾ ਉਹ ਜੰਕਸ਼ਨ ਹੋਊਗਾ। ਠੀਕ ਹੈ, ਅਸੀਂ ਜੰਕਸ਼ਨ ਵੀ ਕਹਿ ਸਕਦੇ ਹਾਂ। ਤੇ ਆਨਸਰ ਦੇ ਵਿੱਚ ਅਸੀਂ ਲਿਖ ਸਕਦੇ ਹਾਂ, ਹੀ ਹੈਡ ਕਮ ਟੂ ਅ ਜੰਕਸ਼ਨ of two roads in a forest. C question, why did the poet take the other road? Poet ने दूसरा रास्ता क्यों अपनाया? He took the other road because it was just as good and comfortable for the traveling. क्योंकि वो comfortable सी दूसरा road, ते इस करके उन्हें चूज किया। ठीक है, why was the other road entitled to the better treatment? ਹੁਣ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਬੈਟਰ ਕਿੱਦਾਂ ਆ ਲੱਗਦਾ ਕਿ ਉਹਨੇ ਦੂਸਰੇ ਰੋਡ ਨੂੰ ਬੈਟਰ ਕਿਉਂ ਐਂਟਾਈਟਲ ਕੀਤਾ, ਕਿਉਂਕਿ ਉਹ ਗ੍ਰਾਸੀ ਸੀ, ਜ਼ਿਆਦਾ ਘਾਹ ਸੀ ਉਹਦੇ ਵਿੱਚ, ਤੇ ਉਹ ਅਟਰੈਕਟ ਕਰਦਾ ਸੀ ਰੋਡ ਕਿ ਉਹਦੇ ਉੱਤੇ ਕੋਈ ਚੱਲੇ। ਠੀਕ ਹੈ, ਇਸ ਕਰਕੇ ਉਹਨੇ ਜਿਹੜਾ ਇਸ ਚੀਜ਼ ਨੂੰ ਐਂਟਾਈਟਲ ਕੀਤਾ ਬੈਟਰ ਟਰੀਟਮੈਂਟ ਦੇ ਨਾਮ ਤੋਂ। ਸੋ ਅਸੀਂ ਆਨਸਰ ਇਹਦਾ ਕਿੱਦਾਂ ਲਿਖਾਂਗੇ, ਇਟ ਵਾਜ਼ ਐਂਟਾਈਟਲਡ ਟੂ ਅ better treatment because
it was covered with grass and it was very attracted. ठीक है, या फिर it was very attractive. जो अपना स्टार्ट ਹੁੰਦਾ है and both ਤੋਂ ਲੈ ਕੇ come back तक. First question आ who are both referred to in the first line of the passage or stanza. ਕਹਿੰਦੇ ਕਿ both word ਜਿਹੜਾ ਉਹ ਕਿਹਨੂੰ ਰੈਫਰ ਕੀਤਾ ਗਿਆ, ਬੇਸਿਕਲੀ both ਦੋਨਾਂ roads ਨੂੰ ਰੈਫਰ ਕੀਤਾ ਗਿਆ. ਸੋ ਆਨਸਰ ਕੀ ਹੋਊਗਾ, the both word is referred to the two roads. Simple. B question, what did the poet decide about the first road. first road ਦੇ ਬਾਰੇ poet ਨੇ ਕੀ decide ਕੀਤਾ. ਫਸਟ ਰੋਡ ਦੇ ਬਾਰੇ ਪੋਇਟ ਨੇ ਕੀ ਡਿਸਾਈਡ ਕੀਤਾ ਕਿ ਉਹ ਉਸ ਰੋਡ ਨੂੰ ਫਿਊਚਰ ਦੇ ਵਿੱਚ ਕਵਰ ਕਰੇਗੇ, ਆ ਲਿਖਿਆ ਹੋਇਆ ਨਾ. ਸੋ ਅਸੀਂ ਆਨਸਰ ਦੇ ਵਿੱਚ ਕੀ ਲਿਖਣਾ, ਦ ਪੋਇਟ ਡਿਸਾਈਡਡ ਟੂ ਵਾਕ ਔਨ ਦ ਫਸਟ ਰੋਡ ਇਨ ਦ ਫਿਊਚਰ. ਸੀ ਕੁਐਸਚਨ, what did the poet know about the roads. ਕਹਿੰਦੇ ਪੋਇਟ ਨੂੰ ਰੋਡਸ ਦੇ ਬਾਰੇ ਕੀ ਪਤਾ ਸੀ. ਬੇਸਿਕਲੀ ਪੋਇਟ ਨੂੰ ਰੋਡਸ ਦੇ ਬਾਰੇ ਇਹੀ ਪਤਾ ਸੀ ਕਿ ਦੋਨੋਂ ਰੋਡ ਜਿਹੜੇ ਆ ਮੀਨਸ ਇਹ ਬ੍ਰਾਂਚਿਸ ਉਹਨਾਂ ਦੀਆਂ ਅਗਲੇ ਰੋਡ ਤੱਕ ਜਾਂਦੀਆਂ. ਸੋ ਅਸੀਂ ਆਨਸਰ 'ਚ ਕੀ ਲਿਖਾਂਗੇ, ਦ ਪੋਇਟ ਨਿਊ ਦੈਟ ਫਰੋਮ ਵਨ ਰੋਡ ਔਰ ਪਾਥ ਦ ਬ੍ਰਾਂਚਿਸ ਆਫ ਅਨਦਰ. फोर्थ क्वेश्चन यानी कि डी क्वेश्चन, what was the doubt in the poet's mind. poet ਦੇ ਦਿਮਾਗ ਦੇ ਵਿੱਚ ਕੀ doubt ਸੀ. the poet was doubtful if he would ever come back to the junction of the two roads. ਕਹਿੰਦੇ ਉਹਨਾਂ ਨੂੰ ਇਹ ਡਾਊਟ ਸੀਗਾ, ਸਿਰਫ ਇਹੀ ਗੱਲ ਡਾਊਟ ਸੀ ਕਿ ਉਹ ਦੁਬਾਰਾ ਇਸ ਜੰਕਸ਼ਨ ਤੇ ਕਦੇ ਆਣਗੇ ਕਿ ਜਿੱਥੇ ਇਹ ਰੋਡ ਡਾਇਵਰਟ ਹੁੰਦਾ ਹੈ, ਉਹ ਇਸ ਰੋਡ ਦੇ ਜੰਕਸ਼ਨ ਤੇ ਕਦੇ ਫਿਰ ਦੁਬਾਰਾ ਆਉਣਗੇ. ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੋਈ ਵੀ ਡਾਊਟ ਨਹੀਂ ਹੁੰਦਾ. ਸੋ ਫੋਰਥ ਸਟੈਂਜਾ ਸਾਡਾ ਕੀ ਕਹਿੰਦਾ ਆ, ਫੋਰਥ ਸਟੈਂਜਾ ਸਟਾਰਟ ਕਿੱਥੋਂ ਹੁੰਦਾ ਆ, ਆਈ ਸ਼ੈਲ ਤੋਂ ਲੈ ਕੇ ਦ ਡਿਫਰੈਂਸ ਤੱਕ. ਫਸਟ ਕੁਐਸਚਨ ਕੀ ਆ, ਵਿਚ ਪਾਥ ਡਿਡ ਦ ਪੋਇਟ ਚੂਜ਼ ਟੂ ਟਰੈਵਲ. ਕਿਹੜਾ ਪਾਥ ਜਿਹੜਾ ਉਹ ਚੂਜ਼ ਕੀਤਾ ਗਿਆ ਟਰੈਵਲ ਕਰਨ ਦੇ ਲਈ, the less travelled path. ਸਿੰਪਲੀ ਅਸੀਂ ਆਨਸਰ 'ਚ ਕੀ ਲਿਖਾਂਗੇ, ਹੀ ਚੋਜ਼. ਜਦੋਂ ਚੂਜ਼ ਆ ਨਾ, ਟਿਪ ਦੱਸਣ ਲੱਗੀਆਂ, ਟਿਪ ਕੀ ਇੱਕ ਤੁਹਾਨੂੰ ਵਰਬ ਦੱਸਦੀ ਹਾਂ ਮੈਂ, ਪਰ ਬੱਚੇ ਨਾਲ ਟਿਪ ਵੀ ਦੱਸ ਰਹੀ ਹਾਂ ਕਿਉਂਕਿ ਬੱਚੇ ਆਲਮੋਸਟ ਇਹ ਗਲਤੀ ਕਰਦੇ ਆ. ਜਦੋਂ ਚੂਜ਼ ਲਿਖਿਆ ਆ ਇਹ ਫਸਟ ਫਾਰਮ ਆ, ਠੀਕ ਆ. ਕਿਉਂ ਇਹ ਫਸਟ ਫਾਰਮ ਆ, ਕਿਉਂਕਿ ਉਹਨਾਂ ਨੇ ਡਿਡ ਇੱਥੇ ਲਗਾ ਕੇ ਉਹਨਾਂ ਨੇ ਫਸਟ ਫਾਰਮ ਦੇ ਵਿੱਚ ਲਿਖਿਆ. ਜਦੋਂ ਮੈਂ ਸਿੰਪਲੀ ਲਿਖਣਾ ਆ ਆਨਸਰ, ਮੈਂ ਲਿਖਣਾ ਹੀ ਚੋਜ਼, ਤਾਂ ਮੈਂ ਇੱਕ ਓ ਪਾਉਣੀ ਆ, ਮੈਂ ਫਿਰ ਡਬਲ ਓ ਨਹੀਂ ਪਾਉਂਗੀ. ਇਹ ਗੱਲ ਦਿਮਾਗ ਦੇ ਵਿੱਚ ਫਿੱਟ ਕਰ ਲਓ. ਅਤੇ ਇਹ ਇੱਕ ਬਹੁਤ ਵੱਡੀ ਸਾਡੀ ਮਿਸਟੇਕ ਆ, ਕਿਉਂਕਿ ਅਸੀਂ ਡਿਡ ਦਾ ਜਿਹੜਾ ਆਨਸਰ ਲਿਖਣਾ ਆ ਉਹ ਅਸੀਂ ਸਿੰਪਲ ਪਾਸਟ ਟੈਂਸ ਦੇ ਵਿੱਚ ਦੇ ਰਹੇ ਹਾਂ, ਠੀਕ ਆ. ਉੱਥੇ ਡਿਡ ਲਗਾਇਆ ਉਹਨਾਂ ਨੇ, ਬਟ ਅਸੀਂ ਸਿੰਪਲ ਪਾਸ ਦੇ ਰਹੇ, ਇਸ ਲਈ ਵਰਬ ਦੀ ਸੈਕਿੰਡ ਫਾਰਮ ਲਗਾ ਰਹੇ ਹਾਂ. ਅਤੇ ਮੋਸਟਲੀ ਬੱਚੇ ਵਰਬਸ ਦਾ ਧਿਆਨ ਹੀ ਨਹੀਂ ਰੱਖਦੇ ਹੁੰਦੇ ਪੇਪਰ ਦੇ ਵਿੱਚ. ਬਥੇਰੇ ਸਾਲ ਮੈਂ ਬੱਚਿਆਂ ਦੇ ਐਗਜ਼ਾਮਸ ਚੈੱਕ ਕੀਤੇ ਆ, ਅਤੇ ਮੈਂ ਹਮੇਸ਼ਾ ਟੈਸਟ ਐਗਜ਼ਾਮ ਚੈੱਕ ਕਰਕੇ ਆਲਵੇਜ਼ ਇਸੀ ਗੱਲ ਨੂੰ ਲੈ ਕੇ ਪਜ਼ਲ ਰਹਿੰਦੀ ਸੀ, ਯਾਰ ਇਹ ਕਿਹੜੀ ਦੁਨੀਆ ਦੇ ਵਿੱਚ ਆ, ਇਹਨੂੰ ਟੈਂਸ ਹੀ ਨਹੀਂ ਸਮਝ ਲੱਗਦੇ ਪਏ. ਮਤਲਬ ਜਦ ਤੱਕ ਤੁਸੀਂ ਟੈਂਸ ਨਹੀਂ ਕਲੀਅਰ ਕਰਦੇ ਨਾ ਤਾਂ ਇਹ ਪ੍ਰੋਬਲਮ ਰਹਿਣੀ ਹੀ ਆ. ਸੋ ਫੋਕਸ ਕਰੋ, ਤੁਸੀਂ ਟੈਂਸ ਯਾਦ ਕਰੋ. ਟੈਂਸ ਬੇਸਿਕਲੀ ਯਾਦ ਨਹੀਂ ਕਰਨਾ, ਟੈਂਸ ਦੇ ਰੂਲਸ ਯਾਦ ਕਰਨੇ ਆ. ਟੈਂਸ ਨੂੰ ਤੁਸੀਂ ਆਪ ਸੋਲਵ ਕਰਨਾ ਹੁੰਦਾ. ਕੋਈ ਵੀ ਇੱਕ ਸਿੰਪਲ ਪੰਜਾਬੀ ਦੀ ਲਾਈਨ ਆ ਨਾ, ਅਸੀਂ ਉਹਨੂੰ ਕਨਵਰਟ ਕਰ ਸਕਦੇ ਹਾਂ ਟੈਂਸ ਜੇ ਸਾਨੂੰ ਆਉਂਦੇ ਆ ਤਾਂ. ਟੈਂਸ ਦੀਆਂ ਵੀਡੀਓਜ਼ ਵੀ ਦਿੱਤੀਆਂ ਹੋਈਆਂ, ਉਹ ਜਾ ਕੇ ਜ਼ਰੂਰ ਰੀਡ ਕਰ ਸਕਦੇ ਆ, ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਉੱਤੇ, ਠੀਕ ਹੈ. ਇਸ ਚੀਜ਼ ਨੂੰ ਯਾਦ ਰੱਖਣਾ ਕਿ ਮੈਂ ਕਿਉਂ ਚੋਜ਼ ਕਹਿ ਰਹੀ ਹਾਂ. ਹੀ ਚੋਜ਼ the less travelled path. B question, what does the poet mean by the word difference in the last line. ਕਹਿੰਦੇ word ਜਿਹੜਾ difference ਉਹਨਾਂ ਨੇ ਲਿਖਿਆ ਇਹਦਾ ਕੀ ਮਤਲਬ ਆ. ਇਹਦਾ ਮਤਲਬ ਅਸੀਂ ਪਹਿਲਾਂ ਵੀ ਇੱਕ ਸਟੈਂਜਾ ਦੇ ਵਿੱਚ ਸਮਝ ਚੁੱਕੇ ਹਾਂ ਕਿ ਉਹਨਾਂ ਨੇ ਦੋ ਰੋਡਸ ਦਿੱਤੇ ਆ, ਹੈ ਨਾ. ਇੱਕ ਉਹਨਾਂ ਨੇ ਕਹਿ ਦਿੱਤਾ ਆਰਡੀਨਰੀ ਲਈ ਆ, ਅਤੇ ਦੂਜਾ ਉਹਨਾਂ ਨੇ ਕਹਿ ਦਿੱਤਾ ਕਿ ਇਹ ਐਕਸਟਰਾ ਆਰਡੀਨਰੀ ਲਈ, ਮਤਲਬ ਇਹ ਖਾਸ ਲੋਕਾਂ ਲਈ ਆ ਅਤੇ ਇਹ ਆਮ ਲੋਕਾਂ ਦੇ ਲਈ ਆ, ਠੀਕ ਆ. ਜਿੱਥੇ ਨੋਰਮਲੀ ਆਮ ਲੋਕਾਂ ਦੇ ਲਈ ਇਸ ਲਈ ਹੈ ਕਿਉਂਕਿ ਨੋਰਮਲੀ ਲੋਕ ਉੱਥੇ ਤੁਰਦੇ ਆ, ਖਾਸ ਲੋਕਾਂ ਦੇ ਲਈ ਇਸ ਲਈ ਆ ਕਿਉਂਕਿ ਉੱਥੇ ਲੋਕ ਘੱਟ ਤੁਰੇ ਹੋਏ ਆ. ਉਹਨੂੰ ਤਾਂ ਖਾਸ ਕਹਿ ਦਿੱਤਾ ਅਤੇ ਇਹਨੂੰ ਤਾਂ ਆਮ ਕਹਿ ਦਿੱਤਾ, ਸਿੰਪਲ. ਅਤੇ ਅਸੀਂ ਇਹਨੂੰ ਕਿੱਦਾਂ ਲਿਖਾਂਗੇ ਹੁਣ, ਦ ਪੋਇਟ ਗਿਵਸ ਦ ਹਿੰਟ ਐਟ ਦ ਐਂਡ ਅਬਾਊਟ ਦ ਡਿਫਰੈਂਸ that difference between the ordinary and the extraordinary. Simple.
C question, is the poet doubtful about his decision? पोइट अपने डिसीजन ਨੂੰ ਲੈ ਕੇ ਡਾਊਟਫੁਲ ਸੀ? ਨਹੀਂ, ਪੋਇਟ ਆਪਣੇ ਡਿਸੀਜਨ ਨੂੰ ਲੈ ਕੇ ਡਾਊਟਫੁਲ ਨਹੀਂ ਸੀ। ਇਹ ਗੱਲ ਯਾਦ ਰੱਖਿਓ, ਜੇ ਇਸ ਪੋਇਮ ਦੇ ਵਿੱਚ ਡਾਊਟ ਦੀ ਲਾਈਨ ਕਿਤੇ ਲਿਖੀ ਆ ਤਾਂ ਉਹ ਡਾਊਟ ਸਿਰਫ ਇਸ ਗੱਲ ਲਈ ਸੀ ਕਿ ਉਹ ਉਸ ਰੋਡ 'ਤੇ ਵਾਪਸ ਆਏਗਾ, ਆ ਸਕਦਾ ਉਹ ਇਨ ਫਿਊਚਰ ਦੇ ਵਿੱਚ ਜਾਂ ਨਹੀਂ। ਬਟ ਉਹਨੇ ਇਸ ਗੱਲ ਦਾ ਡਾਊਟ ਨਹੀਂ ਕੀਤਾ ਪੋਇਟ ਨੇ ਕਿ ਉਹਦਾ ਜਿਹੜਾ ਫੈਸਲਾ ਆ ਉਹ ਗਲਤ ਆ ਕਿ ਸਹੀ ਆ, ਬਿਕਾਜ਼ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਜੋ ਫੈਸਲਾ ਲਿਆ ਉਹ ਸਹੀ ਆ। ਸੋ ਇਹਦਾ ਆਨਸਰ ਡਾਇਰੈਕਟਲੀ ਨੋ ਆਉਣਾ। ਨੋ, ਦ ਪੋਇਟ ਇਜ਼ ਨੋਟ ਦ ਪੋਇਟ, ਜਾਂ ਫਿਰ ਦ ਪੋਇਟ ਵਾਜ਼ ਨੋਟ ਡਾਊਟਫੁਲ। ਜੇ ਇਸ ਦੇ ਵਿੱਚ ਪੁੱਛਿਆ ਆ, ਪ੍ਰੈਜ਼ੈਂਟ 'ਚ ਪੁੱਛਿਆ ਤਾਂ ਅਸੀਂ ਪ੍ਰੈਜ਼ੈਂਟ ਦੇ ਵਿੱਚ ਆਨਸਰ ਕਰ ਦੇਣਾ ਉੱਥੇ। ਜੇ ਸਾਨੂੰ ਪਾਸਟ ਦੇ ਵਿੱਚ ਪੁੱਛਿਆ ਤਾਂ ਅਸੀਂ ਪਾਸਟ ਦੇ ਵਿੱਚ ਆਨਸਰ ਕਰ ਦੇਣਾ। ਫਿਊਚਰ 'ਚ ਨਹੀਂ ਉਹਨਾਂ ਨੇ ਪੁੱਛਣਾ, ਯਾਦ ਰੱਖਿਓ। ਓਕੇ, ਬਿਕਾਜ਼ ਇਹ ਆਲਰੇਡੀ ਲਿਖੀ ਹੋਈ ਹੈ ਪੋਇਮ। ਓਕੇ, ਡੀ ਕੁਐਸਚਨ, ਜਸਟੀਫਾਈ ਦ ਟਾਈਟਲ ਆਫ ਦ ਪੋਇਮ ਦ ਰੋਡ ਨਾਟ ਟੇਕਨ। ਕਹਿੰਦੇ ਤੁਹਾਡੇ ਅਕੋਰਡਿੰਗ ਤੁਹਾਨੂੰ ਲੱਗਦਾ ਕਿ ਰੋਡ ਨਾਟ ਟੇਕਨ ਜਿਹੜਾ ਟਾਈਟਲ ਆ ਇਹ ਸਹੀ ਆ? ਥੋੜ੍ਹਾ ਡਾਊਟਫੁਲ ਨਹੀਂ ਆਪਾਂ ਨੂੰ ਹੈਗਾ ਕਿ ਰੋਡ ਨਾਟ ਟੇਕਨ, ਜਦ ਕਿ ਚੂਜ਼ ਉਹਨਾਂ ਨੇ ਕਰ ਲਿਆ ਸੀਗਾ ਕਿ ਮੀਨਸ ਕਿ ਜ਼ਿਆਦਾ ਗੱਲ ਉਹਨਾਂ ਨੇ ਕੀਤੀ ਹੋਈ ਹੈ ਸੈਕਿੰਡ ਰੋਡ ਦੀ, ਕਿ ਜਿਹੜਾ ਜ਼ਿਆਦਾ ਗ੍ਰਾਸੀ ਆ, ਜ਼ਿਆਦਾ ਅਟਰੈਕਟਿਵ ਆ। ਇੱਥੇ ਇੱਦਾਂ ਵੀ ਤਾਂ ਆ ਹੀ ਸਕਦਾ ਸੀ, ਦ ਰੋਡ ਟੇਕਨ ਜਾਂ ਫਿਰ ਦ ਰੋਡ ਦੈਟ ਟੇਕਨ, ਹੈ ਨਾ। ਪਰ ਇਹ ਜਸਟੀਫਾਈ ਵੀ ਕਰਦਾ ਆ, ਮੀਨਸ ਕਿ ਇਹ ਆ ਜਿਹੜਾ ਹੈਗਾ ਆ ਟਾਈਟਲ ਪੋਇਮ ਦੇ ਨਾਲ ਮੈਚ ਵੀ ਕਰਦਾ ਆ, ਜੋ ਉਹਦੇ ਵਿੱਚ ਮੈਟਰ ਲਿਖਿਆ ਹੋਇਆ। ਕਿੱਦਾਂ ਮੈਚ ਕਰਦਾ ਆ? ਕਿਉਂਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਰੋਡ ਚੂਜ਼ ਕੀਤਾ ਆ ਅਤੇ ਦੂਸਰੇ ਰੋਡ ਨੂੰ ਨਹੀਂ ਚੂਜ਼ ਕੀਤਾ। ਅਤੇ ਕਿਉਂ ਨਹੀਂ ਚੂਜ਼ ਕੀਤਾ ਉਹਨਾਂ ਨੇ ਇਹ ਵੀ ਈਵਨ ਕੀ ਦੱਸਿਆ ਹੋਇਆ ਕਿ ਉਹਨਾਂ ਨੇ ਕਿਉਂ ਰਿਜੈਕਟ ਕੀਤਾ। ਸੋ ਅਸੀਂ ਆਨਸਰ ਇਹਦਾ ਕੀ ਲਿਖਾਂਗੇ? ਦ ਟਾਈਟਲ ਦ ਰੋਡ ਨਾਟ ਟੇਕਨ, ਜਦੋਂ ਅਸੀਂ ਲਿਖਣਾ ਨਾ ਦ ਟਾਈਟਲ ਦ ਰੋਡ ਨਾਟ ਟੇਕਨ, ਤਾਂ ਇਹਨੂੰ ਕੋਮਾਸ ਦੇ ਵਿੱਚ ਲਿਖਣਾ, ਦ ਰੋਡ ਨਾਟ ਟੇਕਨ ਨੂੰ। is the correct title because the poet gives his reason why he took one road and rejected the other. ਹੁਣ ਆਪਾਂ ਯਾਦ ਕਰਦੇ ਹਾਂ ਸੈਂਟਰਲ ਆਈਡੀਆ, the central idea of the poem, ਠੀਕ ਹੈ। ਫਸਟ ਲਾਈਨ ਦੇ ਵਿੱਚ ਓਬਵੀਅਸਲੀ ਅਸੀਂ ਇਹ ਲਿਖਾਂਗੇ ਦ ਰੋਡ ਨਾਟ ਟੇਕਨ ਪੋਇਮ ਇਜ਼ ਰਿਟਨ ਬਾਏ ਰੋਬਰਟ ਫਰੋਸਟ, ਕਿ ਇਹ ਜਿਹੜੀ ਪੋਇਮ ਆ ਇਹ ਰੋਬਰਟ ਫਰੋਸਟ ਦੇ ਦੁਆਰਾ ਲਿਖੀ ਗਈ ਆ। ਦਿਸ ਪੋਇਮ ਇਜ਼ ਬੇਸਡ ਔਨ ਦ ਆਈਡੀਆ ਆਫ ਚੋਇਸ ਮੇਕਿੰਗ ਇਨ ਲਾਈਫ। ਸੋ ਇਹ ਜਿਹੜਾ ਇੱਕ ਪੋਇਮ ਆ ਇਹਦੇ ਵਿੱਚ ਸਾਨੂੰ ਦੱਸਿਆ ਜਾਂਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿੱਦਾਂ ਚੋਇਸ ਮੇਕਿੰਗ ਕਰਦੇ ਹਾਂ, ਚੋਇਸ ਨੂੰ ਕਿੱਦਾਂ ਲਾਈਕ ਸਾਡੀਆਂ ਆਪਣੀਆਂ ਆਪਣੀਆਂ ਚੋਇਸਿਸ ਹੁੰਦੀਆਂ, ਉਹ ਕਿੱਦਾਂ ਅਸੀਂ ਸੋਚਦੇ ਹਾਂ। ਚੋਇਸਿਸ ਵਨਸ ਏਮ ਇਜ਼ ਵੈਰੀ ਡਿਫੀਕਲਟ, ਕਹਿੰਦੇ ਹਰੇਕ ਬੰਦੇ ਲਈ ਚੂਜ਼ ਕਰਨਾ ਬੜਾ ਹੀ ਡਿਫੀਕਲਟ ਹੋ ਜਾਂਦਾ, ਚਾਹੇ ਕਿ ਉਹ ਬਹੁਤ ਸਿੰਪਲ ਚੀਜ਼ ਦੇ ਲਈ ਅਸੀਂ ਚੂਜ਼ ਕਰਨਾ ਹੋਵੇ, ਬਟ ਸਾਨੂੰ ਚੋਇਸ ਕਰਨੀ ਬਹੁਤ ਡਿਫੀਕਲਟ ਲੱਗਦੀ ਆ। ਇਟ ਇਨਫਲੂਐਂਸਿਸ ਦ ਹੋਲ ਕੋਰਸ ਆਫ ਮੈਨਸ ਲਾਈਫ, ਕਹਿੰਦੇ ਇਹ ਮਤਲਬ ਇਹ ਪੋਇਮ ਜਿਹੜੀ ਆ ਇਹ ਸਾਰੇ ਮਨੁੱਖ ਦੀ ਜ਼ਿੰਦਗੀ ਦੇ ਉੱਤੇ ਕਹਿ ਲਓ ਕਿ ਉਹਦੀ ਲਾਈਫ ਨੂੰ ਪ੍ਰਭਾਵ ਪਾਉਣ ਵਾਲੀ ਹੁੰਦੀ ਆ। ਦ ਪੋਇਟ ਵਾਜ਼ ਗੋਇੰਗ ਥਰੂ ਦ ਫੋਰੈਸਟ, ਕਹਿੰਦੇ ਪੋਇਟ ਜਿਹੜਾ ਉਹ ਫੋਰੈਸਟ ਦੇ ਵਿੱਚੋਂ ਲੰਘ ਰਿਹਾ ਸੀ, ਜੰਗਲਾਂ ਦੇ ਵਿੱਚੋਂ ਲੰਘ ਰਿਹਾ ਸੀ। ਗੋਇੰਗ ਥਰੂ, ਗੋਇੰਗ ਮਤਲਬ ਗੋ ਦੇ ਨਾਲ ING ਲੱਗੀ, ਗੋਇੰਗ ਮਤਲਬ ਰਿਹਾ, ਗੋਇੰਗ ਵਾਜ਼ ਗੋਇੰਗ ਰਿਹਾ ਸੀ, ਜਾ ਰਿਹਾ ਸੀ, ਠੀਕ ਹੈ। ਵਾਜ਼ ਗੋਇੰਗ ਥਰੂ ਵਿੱਚੋਂ ਕਿਹਦੇ ਵਿੱਚੋਂ? ਫੋਰੈਸਟ ਦੇ ਵਿੱਚੋਂ। ਹੀ ਸੌ ਅ ਜੰਕਸ਼ਨ ਆਫ ਟੂ ਰੋਡਸ, ਕਹਿੰਦੇ ਉਹ ਟੂ ਰੋਡਸ ਦਾ ਜੰਕਸ਼ਨ ਦੇਖਦਾ। ਬੇਸਿਕਲੀ ਜੰਕਸ਼ਨ ਕੀ ਹੁੰਦਾ? ਇੱਕ ਜੁਆਇੰਟ ਲਾਈਕ ਇੱਕ ਵਾਈ ਸ਼ੇਪ ਦਾ ਇੱਕ ਜਿਹੜਾ ਰੋਡ ਹੈ ਨਾ, ਉੱਥੇ ਆ ਜਿਹੜਾ ਇੱਕ ਜੁਆਇੰਟ ਆ ਇਹਨੂੰ ਆਪਾਂ ਕਹਿ ਦਿੰਦੇ ਹਾਂ ਜੰਕਸ਼ਨ, ਠੀਕ ਹੈ। ਇਸ ਰੋਡ ਦੇ ਉੱਤੇ ਕਹਿ ਲਓ ਕਿ ਉਹ ਖੜਾ ਹੋਇਆ, ਇਸ ਰੋਡ ਨੂੰ ਕ੍ਰੋਸ ਕਰਦਿਆਂ ਹੋਇਆ ਜਾਂਦਾ ਅਤੇ ਇੱਥੇ ਖੜ ਜਾਂਦਾ ਆ ਕੇ, ਅਤੇ ਉਹ ਸੋਚਦਾ ਹੈ ਕਿ ਮੈਂ ਇਸ ਰੋਡ 'ਤੇ ਜਾਵਾਂ ਜਾਂ ਮੈਂ ਇਸ ਰੋਡ 'ਤੇ ਜਾਵਾਂ, ਠੀਕ ਹੈ। ਇਹਨੂੰ ਮਿਡਲ ਪਾਰਟ ਨੂੰ ਕਹਿੰਦੇ ਨੇ ਜੰਕਸ਼ਨ। ਓਕੇ, ਹੀ ਸੌ ਅ ਜੰਕਸ਼ਨ ਆਫ ਟੂ ਰੋਡਸ, ਦ ਪੋਇਟ ਹੈਜ਼ ਟੂ ਚੋਇਸਿਸ। ਓਬਵੀਅਸ ਆ ਟੂ ਰੋਡਸ ਦੇਖਿਆ ਤਾਂ ਟੂ ਚੋਇਸਿਸ ਹੋਣਗੀਆਂ। ਹੀ ਚੋਜ਼ ਦ ਰੋਡ ਵਿਚ ਵਾਜ਼ ਲੈਸ ਟਰੈਵਲਡ ਬਾਏ ਦ ਪੀਪਲ, ਜਿਹੜਾ ਕਿ ਘੱਟ ਤੁਰਿਆ ਫਿਰਿਆ ਹੋਇਆ ਸੀ ਨਾ ਕੋਈ ਇਨਸਾਨ, ਜਿਹਦੇ ਉੱਤੇ ਉਹ ਉਸ ਰੋਡ ਨੂੰ ਚੂਜ਼ ਕਰਦਾ। He considers that one cannot achieve extraordinary things by taking an ordinary course, ਕਹਿੰਦੇ ਕੋਈ ਵੀ ਇਨਸਾਨ ਕੁਛ ਵੀ ਐਕਸਟਰਾਆਰਡੀਨਰੀ, ਕੁਛ ਖਾਸ
ਅਚੀਵ ਨਹੀਂ ਕਰ ਸਕਦਾ ਜਦੋਂ ਤੱਕ ਉਹ ਆਰਡੀਨਰੀ ਕੰਮ ਹੀ ਕਰ ਰਿਹਾ ਆ। ਓਬਵੀਅਸ ਆ ਨਾ, ਜੋ ਮੈਂ ਗੱਲ ਪਹਿਲਾਂ ਕਹੀ ਸੀ ਐਕਸਪਲੇਨੇਸ਼ਨ ਦੇ ਟਾਈਮ 'ਤੇ, ਕਿ ਜਦੋਂ ਤੱਕ ਅਸੀਂ ਕੁਛ ਡਿਫਰੈਂਟ ਨਹੀਂ ਕਰਦੇ ਆਪਣੀ ਲਾਈਫ ਦੇ ਵਿੱਚ, ਉਦੋਂ ਤੱਕ ਅਸੀਂ ਆਮ ਹੀ ਰਹਿੰਦੇ ਹਾਂ, ਰਾਈਟ। great souls always prefer to take new paths। great souls ਵਧੀਆ ਜਿਹੜੀਆਂ ਕਹਿ ਲਓ ਕਿ ਅੱਛੀਆਂ ਆਤਮਾਵਾਂ ਇਨ ਦਾ ਸੈਂਸ ਅੱਛੇ ਇਨਸਾਨ ਆ ਜਿਹੜੇ, ਉਹ ਹਮੇਸ਼ਾ ਅਲੱਗ ਹੀ ਆਪਣੇ ਪਾਥਸ ਚੂਜ਼ ਕਰਦੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ, ਠੀਕ ਹੈ। ਸੋ ਬੱਚਿਓ, ਮੈਂ ਟਰਾਈ ਕਰਦੀ ਹਾਂ ਮਾਈਂਡ ਮੈਪ ਬਣਾ ਕੇ ਵੀਡੀਓ ਦੇ ਨਾਲ ਅਪਡੇਟ ਕਰਨ ਦੀ, ਉਹਨੂੰ ਵੀ ਜ਼ਰੂਰ ਦੇਖ ਲਿਓ ਤਾਂ ਤੁਹਾਨੂੰ ਯਾਦ ਰਹੂਗਾ ਇਹ ਹਮੇਸ਼ਾ ਦੇ ਲਈ, ਕਿ ਤੁਸੀਂ ਯਾਦ ਕਿੱਦਾਂ ਕਰਨਾ ਸੈਂਟਰਲ ਆਈਡੀਆ ਨੂੰ ਬੜੇ ਹੀ ਈਜ਼ੀ ਵੇ ਦੇ ਨਾਲ। ਈਜ਼ੀਐਸਟ ਵੇ ਕੀ ਆ ਆਪਣੇ ਸੈਂਟਰਲ ਆਈਡੀਆ ਨੂੰ ਯਾਦ ਕਰਨ ਦੇ ਲਈ? ਮੈਂ ਦੇਖੋ ਕੁਝ ਪੁਆਇੰਟਸ ਇੱਦਾਂ ਬਣਾ ਲਏ ਹੋਏ ਆ, ਠੀਕ ਹੈ। ਬੇਸਿਕਲੀ ਮੈਂ ਇਸ ਤਰੀਕੇ ਨਾਲ ਹੀ ਬੱਚਿਆਂ ਨੂੰ ਲਰਨ ਕਰਵਾਉਣੀ ਸੋ ਦੈਟ ਈਜ਼ੀ ਰਹਿ ਜਾਂਦਾ ਆ। ਤਾਂ ਅਸੀਂ ਦੇਖੋ ਕਿੱਦਾਂ ਕਰਨਾ ਆ ਸੈਂਟਰਲ ਆਈਡੀਆ ਦ ਰੋਡ ਨਾਟ ਟੇਕਨ ਦਾ ਯਾਦ। ਪਹਿਲਾ ਪੁਆਇੰਟ ਕੀ ਆ? ਰਿਟਨ ਬਾਏ ਰੋਬਰਟ ਫਰੋਸਟ। ਕਿ ਇਹ ਕਿਹਦੇ ਦੁਆਰਾ ਲਿਖਿਆ ਗਿਆ ਆ? ਰੋਬਰਟ ਫਰੋਸਟ ਦੇ ਦੁਆਰਾ ਲਿਖਿਆ ਆ, ਠੀਕ ਹੈ। ਫਸਟ, ਇਹ ਇਸ ਤਰ੍ਹਾਂ ਅਸੀਂ ਯਾਦ ਰੱਖਣਾ ਆਪਣੇ ਮਾਈਂਡ ਦੇ ਵਿੱਚ। ਸੈਕਿੰਡ ਥਿੰਗ, ਬੇਸਡ ਔਨ ਚੋਇਸ ਮੇਕਿੰਗ, ਠੀਕ ਹੈ। ਥਰਡ ਲਾਈਨ ਅਸੀਂ ਕੀ ਲਿਖੀ ਆ? ਚੋਇਸ ਮੇਕਿੰਗ ਇਜ਼ ਡਿਫਿਕਲਟ। ਫੋਰਥ ਅਸੀਂ ਕੀ ਲਿਖਿਆ ਆ? ਪੋਇਟ ਵਾਜ਼ ਗੋਇੰਗ ਥਰੂ ਫੋਰੈਸਟ, ਯਾਨੀ ਇੱਥੇ ਛੋਟੀ ਜਿਹੀ ਕਹਾਣੀ ਸ਼ੁਰੂ ਕਰ ਦਿੱਤੀ। ਫਿਫਥ ਤੇ ਅਸੀਂ ਦੱਸਿਆ ਆ he saw a junction of two roads। ਸਿਕਸਥ ਤੇ ਅਸੀਂ ਦੱਸਿਆ he chose less traveled road। 7 ਦੇ ਉੱਤੇ ਕੀ ਦੱਸਿਆ ਆ? can't achieve extraordinary things with ordinary way। ਕਿ ਕੁਝ ਲੋਕ ਜਿਹੜੇ ਹੁੰਦੇ ਆ ਉਹ ਐਕਸਟਰਾਆਰਡੀਨਰੀ ਕੁਝ ਖਾਸ ਚੀਜ਼ਾਂ ਨੂੰ ਅਚੀਵ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਵੇਜ਼ ਬਹੁਤ ਆਰਡੀਨਰੀ, ਬਹੁਤ ਆਮ ਹੁੰਦੇ ਆ। ਇਸ ਤਰੀਕੇ ਨਾਲ 7 ਪੁਆਇੰਟਸ ਇਹ ਦੱਸੇ ਆ। 8th ਪੁਆਇੰਟ ਅਸੀਂ ਇਹ ਦੱਸਿਆ ਗ੍ਰੇਟ ਸੋਲਸ, ਇੱਥੇ ਡੀ ਪਾਏਗੀ ਮੇਰੇ ਤੋਂ, ਸੌਰੀ, SOULS, ਠੀਕ ਹੈ। ਸੋਲਸ, ਗ੍ਰੇਟ ਸੋਲਸ ਪ੍ਰੈਫਰ ਨਿਊ ਪਾਥਸ। ਸੋ ਇਸ ਅਕੋਰਡਿੰਗ ਤੁਸੀਂ ਜੇ ਯਾਦ ਕਰੋਗੇ ਤਾਂ ਮੈਨੂੰ ਲੱਗਦਾ ਤਾਂ ਬੈਸਟ ਰਹੂਗਾ। ਹੁਣ ਤੁਸੀਂ ਆਪਣੀਆਂ ਫਿੰਗਰਸ ਦੇ ਉੱਤੇ ਕਹਿ ਲਓ ਕਿ 8 ਪੁਆਇੰਟਸ ਦੇ ਟਿਪਸ ਦੇ ਵਿੱਚ ਰੱਟ ਲਓ, ਯਾਦ ਕਰ ਲਓ, ਮਾਈਂਡ 'ਚ ਬਿਠਾ ਲਓ, ਫਿਟ ਕਰ ਲਓ, ਸਮਝ ਲਓ, ਸੋਚ ਲਓ, 2-3 ਵਾਰੀ ਇਹਨੂੰ ਮਾਈਂਡ ਮੈਪ ਨੂੰ ਪੜ੍ਹ ਲਓ, ਤੁਹਾਨੂੰ ਯਾਦ ਹੋ ਜਾਣਾ ਸੈਂਟਰਲ ਆਈਡੀਆ। 3 ਨੰਬਰ ਤੁਹਾਡੇ ਪੱਕੇ। ਸੋ ਥੈਂਕ ਯੂ ਸੋ ਮਚ। ਇਸੇ ਹੀ ਤਰ੍ਹਾਂ ਦੀਆਂ ਇਨੋਵੇਟਿਵ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ।